उस तो बाद 1634 ਦੇ ਵਿੱਚ ਮੁਰਤਜ਼ਾ ਖਾਨ ਨੇ ਹਮਲਾ ਕੀਤਾ 6ਵੇਂ ਪਾਤਸ਼ਾਹ ਤੇ, ਜਿਹੜਾ ਹਮਲਾ ਬੀਬੀ ਵੀਰੋ ਦੇ ਵਿਆਹ ਸਮੇਂ ਹੋਇਆ। ਮੁਰਤਜ਼ਾ ਖਾਨ ਨੇ ਹਮਲਾ ਕੀਤਾ। ਮੁਰਤਜ਼ਾ ਖਾਨ ਦੋ ਹੋਏ ਨੇ। ਇੱਕ ਮੁਰਤਜ਼ਾ ਖਾਨ ਉਹ ਸੀ ਜਿਸ ਨੂੰ ਜਹਾਂਗੀਰ ਨੇ ਫਰਮਾਨ ਜਾਰੀ ਕੀਤਾ ਸੀ ਕਿ ਤੁਸੀਂ 5ਵੇਂ ਪਾਤਸ਼ਾਹ ਸਿੱਖਾਂ ਦੇ ਗੁਰੂ ਨੂੰ ਗ੍ਰਿਫਤਾਰ ਕਰਕੇ ਲਾਹੌਰ ਸਿਆਸਤ ਬਾਬਾ ਜਾਸਾ ਦੀ ਧਾਰਾ ਦੇ ਅਧੀਨ ਕਤਲ ਕਰ ਲਿਓ ਤੇ ਉਹਨਾਂ ਦਾ ਮਾਲ ਅਸਬਾਬ ਜ਼ਬਤ ਕਰ ਲਿਓ। ਇਹ ਮੁਰਤਜ਼ਾ ਖਾਨ ਹੋਰ ਸੀ। ਇਸ ਮੁਰਤਜ਼ਾ ਖਾਨ ਦਾ ਪੂਰਾ ਨਾਂ ਸ਼ੇਖ ਫਰੀਦ ਬੁਖਾਰੀ ਸੀ। ਇਸ ਨੂੰ ਤਖੱਲਸ ਦਿੱਤਾ ਗਿਆ ਸੀ ਮੁਰਤਜ਼ਾ ਖਾਨ ਦਾ। ਪਰ 6ਵੇਂ ਪਾਤਸ਼ਾਹ ਦੇ ਉੱਪਰ ਹਮਲਾ ਕਰਨ ਵਾਲਾ ਮੁਰਤਜ਼ਾ ਖਾਨ ਇੱਕ ਹੋਰ ਜਰਨੈਲ ਸੀ। ਸਾਡੇ ਕੁਝ ਇਤਿਹਾਸਕਾਰ ਜ਼ਿਕਰ ਆਉਂਦਾ ਹੈ ਕਿ ਇਹ ਜੰਗ ਬਾਜ਼ ਤੋਂ ਹੋਈ। ਉਹ ਇੱਕ ਵੱਖਰਾ ਵਿਸ਼ਾ ਹੈ, ਜੰਗ ਦੇ ਕਾਰਨ ਕੀ ਬਣੇ। ਪਰ ਇਸ ਜੰਗ ਦੇ ਵਿੱਚ ਸਿੱਖ ਫੌਜਾਂ ਦੀ ਅਗਵਾਈ ਕੁਝ ਹੋਰ ਸਿੱਖਾਂ ਦੇ ਨਾਲ ਕਰ ਰਹੇ ਨੇ ਭੱਟ ਕੀਰਤ ਜੀ। ਭੱਟ ਕੀਰਤ ਜੀ ਭੱਟ ਮਥਰਾ ਦੇ ਭਰਾ, ਸੁਲਤਾਨਪੁਰ ਦੇ ਰਹਿਣ ਵਾਲੇ ਭਿੱਖਾ ਜੀ ਦੇ ਪੁੱਤਰ, ਨਰਸੀ ਦਾ ਪੜਪੋਤਰਾ, ਭਗੀਰਥ ਦੀ ਵੰਸ਼ ਦੇ ਵਿੱਚੋਂ ਮੈਦਾਨੇ ਜੰਗ 'ਚ ਜੂਝ ਰਹੇ ਨੇ। ਮੈਦਾਨੇ ਜੰਗ 'ਚ ਜੂਝਦਿਆਂ ਇਹੋ ਜਿਹੀ ਤੇਗ ਵਾਹੀ, ਕਈ ਦੁਸ਼ਮਣਾਂ ਨੂੰ ਜ਼ਮੀਨ ਦੇ ਉੱਪਰ ਸੁੱਟ ਦਿੱਤਾ। ਮੁਰਤਜ਼ਾ ਖਾਨ ਮਾਰਿਆ ਗਿਆ। ਇੱਕ ਗੋਲੀ ਆ ਕੇ ਇਹਨਾਂ ਦੇ ਮੱਥੇ 'ਚ ਲੱਗੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਪਣੀ ਬਾਣੀ ਨੂੰ ਸਈਆਂ ਦੇ ਰੂਪ 'ਚ ਦਰਜ ਕਰਾਉਣ ਵਾਲੇ ਭੱਟ ਮਥਰਾ ਜੀ ਵੀ 1634 ਵਿੱਚ ਸ਼ਹਾਦਤ ਪ੍ਰਾਪਤ ਕਰ। ਮੈਂ ਇਤਿਹਾਸ ਦਾ ਵਿਦਿਆਰਥੀ ਹਾਂ। ਇਤਿਹਾਸ ਦੀ ਖੋਜ ਜਿਹੜੀ ਹੈ ਉਹ ਮੇਰਾ ਸ਼ੌਕ ਹੈ, ਪੇਸ਼ਾ ਨਹੀਂ ਬਲਕਿ ਇੱਕ ਸ਼ੌਕ ਹੈ। ਮੇਰੇ ਖਿਆਲ ਦੇ ਨਾਲ ਸਿੱਖਾਂ ਦੇ ਵਿੱਚੋਂ 95% ਵੀਰ ਨਹੀਂ ਜਾਣਦੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਨ੍ਹਾਂ ਭੱਟ ਸਾਹਿਬਾਨ ਦੀ ਬਾਣੀ ਦਰਜ ਹੈ, ਉੱਚ ਕੋਟੀ ਦੇ ਯੋਧੇ ਵੀ ਸੀ ਤੇ ਮੈਦਾਨੇ ਜੰਗ 'ਚ ਜੂਝਦੇ ਸ਼ਹੀਦ ਵੀ ਹੋਏ। ਉਹਦਾ ਕਾਰਨ ਇਹ ਹੈ ਕਿ ਅਸੀਂ ਸੁਣੀਆਂ ਸੁਣਾਉਣੀਆਂ ਕਹਾਣੀਆਂ ਦੇ ਉੱਪਰ ਯਕੀਨ ਕਰਨਾ ਸ਼ੁਰੂ ਕਰ ਦਿੱਤਾ ਹੈ। ਭੱਟ ਅੱਖਰੀ, ਅਰਬੀ, ਫਾਰਸੀ ਇਹਨਾਂ ਭਾਸ਼ਾਵਾਂ ਦਾ ਗਿਆਨ ਖਤਮ ਹੁੰਦਾ ਜਾ ਰਿਹਾ। ਪ੍ਰਚਾਰਕ ਵੀਰਾਂ ਨੇ ਮਿਹਨਤ ਕਰਨੀ ਛੱਡ ਦਿੱਤੀ ਹੈ। ਅੱਜ ਤੇ ਸਾਡਾ ਸਾਰਾ ਜ਼ੋਰ ਮੋਬਾਈਲ ਦੇ ਉੱਪਰ, ਫੇਸਬੁੱਕ ਦੇ ਉੱਪਰ ਹੈ। ਸੁਣ ਲਓ, ਪੜ੍ਹ ਲਓ, ਬੋਲ ਲਓ, ਪਰ ਅਸੀਂ ਖੁਦ ਲਾਇਬ੍ਰੇਰੀਆਂ 'ਚ ਜਾ ਕੇ ਅਧਿਐਨ ਕਰਨਾ ਛੱਡ ਦਿੱਤਾ। ਜਿੰਨਾ ਚਿਰ ਤੱਕ ਅਸੀਂ ਇਤਿਹਾਸ ਦਾ ਅਧਿਐਨ ਨਹੀਂ ਕਰਾਂਗੇ ਉਨਾ ਚਿਰ ਤੱਕ ਸਾਨੂੰ ਇਤਿਹਾਸਕ ਪਿਛੋਕੜ ਦਾ, ਪ੍ਰਮਾਣਾਂ ਦਾ, ਇਤਿਹਾਸ ਦੀਆਂ ਵਾਰਤਾਵਾਂ ਦਾ ਪਤਾ ਨਹੀਂ ਲੱਗੇਗਾ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿੱਥੇ ਗੁਰੂ ਅਰਜਨ ਦੇਵ ਸਾਹਿਬ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ, ਉਹਨਾਂ ਦੀ ਬਾਣੀ ਦਰਜ ਹੈ, ਉੱਥੇ ਦੋ ਹੋਰ ਸ਼ਹੀਦਾਂ ਦੀ ਬਾਣੀ ਵੀ ਦਰਜ ਹੈ ਜਿਨ੍ਹਾਂ ਨੇ ਮੈਦਾਨੇ ਜੰਗ 'ਚ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ। ਭੱਟ ਮਥਰਾ ਜੀ ਔਰ ਭੱਟ ਕੀਰਤ ਜੀ, ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ। ਇਹਨਾਂ ਦੋਹਾਂ ਦੀ ਸ਼ਹਾਦਤ ਦਾ ਜ਼ਿਕਰ ਸਾਨੂੰ ਭੱਟ ਵਈ ਮੁਲਤਾਨੀ ਸਿੰਧੀ 'ਚ ਮਿਲਦਾ ਹੈ। ਸਭ ਤੋਂ ਪਹਿਲਾਂ ਇਸ ਤਰ੍ਹਾਂ ਦਾ ਜ਼ਿਕਰ ਜਿਹੜਾ ਸਰੂਪ ਸਿੰਘ ਕੌਸ਼ਿਸ਼ ਨੇ ਕੀਤਾ, ਉਸ ਤੋਂ ਬਾਅਦ ਗਿਆਨੀ ਗਰਜਾ ਸਿੰਘ ਨੇ ਕੀਤਾ, ਉਸ ਤੋਂ ਬਾਅਦ ਪਿਆਰਾ ਸਿੰਘ ਪਦਮ ਨੇ ਕੀਤਾ, ਤੇ ਹੁਣ ਸਾਡੇ ਕੋਲ ਇਤਿਹਾਸ ਦੇ ਅਨੇਕਾਂ ਪ੍ਰਮਾਣ ਭੱਟ ਅੱਖਰੀ ਤੋਂ ਲੈ ਕੇ ਪੰਜਾਬੀ 'ਚ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੋਹਾਂ ਦੀ ਸ਼ਹਾਦਤ ਦਾ ਜ਼ਿਕਰ ਹੈ। ਪਰ ਅਸੀਂ ਸੁਣਿਆ ਨਹੀਂ ਹੋਵੇਗਾ ਕਿਉਂਕਿ ਇਤਿਹਾਸ ਦੀ ਖੋਜ ਕਰਨੀ ਅਸੀਂ ਛੱਡ ਦਿੱਤੀ। ਇਤਿਹਾਸ ਦੀ ਖੋਜ ਤੋਂ ਦੂਰ ਚਲੇ ਗਏ। ਇਹ ਸੀ ਭੱਟ ਸਾਹਿਬਾਨ, ਉਹੀ ਭੱਟ ਸਾਹਿਬਾਨ ਜਿਨ੍ਹਾਂ ਦਾ ਅਸੀਂ ਰੋਜ਼ ਸਵੇਰੇ ਦਰਬਾਰ ਸਾਹਿਬ ਵੀ ਜਦੋਂ ਪ੍ਰਕਾਸ਼ ਹੁੰਦਾ ਹੈ ਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਤਾਂ ਉਸ ਵੇਲੇ ਇੱਕ ਸਵਈਆ ਪੜ੍ਹਿਆ ਜਾਂਦਾ ਹੈ। ਉਹ ਸਵਈਆ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਬਿਖ ਖਾਈ, ਮਾਇਆ ਮਹਿ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਇੱਕ ਉੱਤਮ ਪੰਥ ਸੁਣਿਓ, ਗੁਰ ਸੰਗਤ ਤਹਿ ਮਿਲੰਤ ਜਮ। ਇੱਕ ਅਰਦਾਸ ਭੱਟ, ਇਹ ਭੱਟ ਕੀਰਤ ਜੀ ਸ਼ਹੀਦ ਹੋਏ ਨੇ 1634 ਦੇ ਵਿੱਚ ਅੰਮ੍ਰਿਤਸਰ ਦੀ ਜੰਗ ਦੇ ਵਿੱਚ। ਇੱਕ ਅਰਦਾਸ ਭੱਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਭੰਨ ਮਥਰਾ ਕਿਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਫੁਨ ਬੇਦ ਬ੍ਰੰਚ ਵਿਚਾਰ ਰਹਿਓ, ਹਰ ਜਾਪ ਨਾ ਛਾਡੋ, ਏਕ ਘੜੀ ਸੱਚ ਜਾਣਿਓ। ਇਹੋ ਜਿਹੀ ਬਾਣੀ ਦੇ ਰਚੇਤਾ ਜਿਨ੍ਹਾਂ ਨੇ ਜੋਤ ਔਰ ਜੁਗ ਦਾ ਸਿਧਾਂਤ ਸਾਡੇ ਸਾਹਮਣੇ ਰੱਖਿਆ। ਮੈਂ ਸੋਚਦਾ ਕਿ ਮਹਾਂਪੁਰਸ਼ਾਂ ਦਾ ਬਹੁਤ ਵੱਡਾ ਉਪਰਾਲਾ ਹੈ। ਉਹਨਾਂ ਨੇ ਭੱਟ ਔਰ ਭਗਤ ਸਾਹਿਬਾਨ ਦੇ ਬਾਰੇ ਇਹ ਜਿਹੜਾ ਸਮਾਗਮ ਹੈ ਉਹਨਾਂ ਨੂੰ ਸਮਰਪਿਤ ਕੀਤਾ ਤਾਂ ਕਿ ਸਾਡੇ ਸਾਹਮਣੇ ਇਤਿਹਾਸ ਦੀਆਂ ਪਰਤਾਂ ਖੁੱਲ੍ਹ ਸਕਣ। ਅਗਲੀ ਗੱਲ, ਭਗਤ ਸਾਹਿਬਾਨ। ਭਗਤ ਕੀ ਹੈ? ਕਿਉਂਕਿ ਅਕਸਰ ਸਾਡੇ 'ਚ ਇੱਕ ਅਲਾਮਤ ਜਨਮ ਲੈਂਦੀ ਜਾ ਰਹੀ ਹੈ। ਅਸੀਂ ਭਗਤਾਂ ਦੇ ਨਾਲ ਗੁਰੂ ਜਾਂ ਸਤਿਗੁਰੂ ਸ਼ਬਦ ਵਰਤਣਾ ਸ਼ੁਰੂ ਕਰ ਦਿੱਤਾ। ਅਸੀਂ ਗੁਰਦੇਵ ਪਾਤਸ਼ਾਹ ਨੂੰ ਪੁੱਛੀਏ ਭਗਤ ਕੀ ਹੈ, ਤੇ ਪਾਤਸ਼ਾਹ ਕਹਿੰਦੇ ਨੇ ਸੇ ਭਗਤ ਸਤਿਗੁਰ ਮਨ ਪਾਏ। ਜਿਹੜਾ ਸਤਿਗੁਰੂ ਨੂੰ ਭਾ ਗਿਆ ਉਹ ਭਗਤ ਹੈ। ਜਿਹੜਾ ਗੁਰੂ ਨੂੰ ਭਾ ਗਿਆ, ਇਸ ਦਾ ਮਤਲਬ ਭਗਤ ਦਾ ਵੀ ਕੋਈ ਗੁਰੂ ਹੁੰਦਾ। ਪਰ ਗੁਰੂ ਨਾਨਕ ਸਾਹਿਬ ਗੁਰੂ ਨੇ ਤੇ ਗੁਰੂ ਦਾ ਗੁਰੂ ਕਿਉਂ ਨਹੀਂ?
क्योंकि साडी गुरमत विचारधारा कहती गुर परमेश्वर एको जान, गुरु नानक का गुरु कोई नहीं। भट्ट साहिबान कह रहे हैं गुरु नानक का गुरु किवें हो सकता है? आप नारायण कलाधार जग में परवरियो, निरंकार आकार जोत जग मंडल करियो। निरंकार दी अपनी जोत साकार रूप दे संसार च आई है, गुरु नानक साहब के रूप दे विच गुरु किवें हो सकता उन्हां दा कोई? भगत जदों पंजाबी दे 3 शब्दां दा पदछेद किया जाता है तो इसका अर्थ है भाव, ज्ञान और त्याग। जिस मनुख दे विच भगत भाव है, ज्ञान है, त्याग है, वो भगत शब्द को डिफाइन करता है। और ब्राह्मणवाद के खिलाफ काशी दे विचों 2 वारी बड़ी उग्र आवाज़ उठी है। एक आवाज़ है कबीर साहब की, जिहदे विच एक बगावत है, एक म्यूटिनेशन है। कबीर साहब कहते ने, कहते ब्राह्मण मैं तेन एक सवाल करना चाहूँगा, जो तू ब्राह्मण ब्राह्मणी जाया, आन बाट काहे नहीं आया। जे तू अपने आप को उच्चा समझदा है, जे तू उच्चा ब्राह्मण है, तो मैनू केवल ते केवल एक सवाल का जवाब दे कि जिस क्रिया ते जिस रस्ते राही संसार दे विच मैं आया, तू भी उस रस्ते आया, तू वखरा मार्ग क्यों ना चुनिया। दूसरी गल वो कहते ने, तुम कत ब्राह्मण हम कत शूद। कहते हुण मैनू दस कि तू ब्राह्मण किवें है ते मैं शूद्र किवें है। जे मैं तेरे शरीर नू चीर के वेखां, डाइसैक्ट करां, डाइसैक्शन करां, हम कत लहू तुम कत दूध। मेरिया नाड़ां च खून बह रहा तो तेरिया नाड़ां च भी खून है, दुध नहीं बह रहा। इस करके मैं तेरे इस ब्राह्मणवाद के भरम जाल नूं नहीं मानता। दूजी आवाज़ उठी है भगत रविदास जी की। उस आवाज़ दे विच ब्राह्मणवाद के खिलाफ बगावत तो है, पर शब्द बड़े निमरता वाले ने। वो कहते हैं जिह कटंब के ढेड़ सब ढोर ढवंत फिरे, अजहू बनारसी आस पासा, अचार सहित विपर करे डिंडौत, तिन तने दाथान दसा। कहते जेड़े मेरे कबीले दे कटंब दे लोग बनारस के आस पास मरे हुए पशुओं का चमड़ा चुकण का काम करते सी, मरे हुए पशुओं दी हड्डियां चुकण का काम करता सी। जाके कुटंब के ढेड़ सब ढोर ढवंत फिर है, अजहू बनारसी आस पासा, अचार सहित विपर करे डिंडौत। कहते गुरदेव पातशाह ने बख्शिश की कि मेरा अध्यात्मक कद इन्ना उच्चा हो गया कि अपने आप को उच्चा कहने वाला ब्राह्मण भी मेरे सामने झुकिया। अचार सहित विपर करे डंडौत, तिन तन्ने रविदास दा सान दस। मैं तो अपने इष्ट का दास हाँ, पर मेरी विचारधारा का पक्ष इन्ना उच्चा हो गया कि अपने आप को उच्चा कहने वाला ब्राह्मण मेरे अगे झुकिया। हुण ब्राह्मण इस गल नूं किवें स्वीकार करे? कर ही नहीं सकता स्वीकार। औखा उहदे वास्ते कि जिस दे अगे लोग झुकते सी उसनूं झुकना पै रहा है। तुसीं शब्द सरवण कीता है, ऐसी लाल तुझ बिन कौन करे, गरीब नवाज गुसैया मेरा माथे छतर तरे। बनारस काशी के राजे नूं शिकायत की गई। 7 किताबां सानूं मिलदियां ने इस मुद्दे के उपर। एक है सतनाम सिंह की लिखी हुई रविदास की हत्या का षड्यंत्र, 6 थीसिस ने। एक डॉक्टर धर्मवीर का, एक डॉक्टर कुलीर का, एक डॉक्टर वर्मा का, एक डॉक्टर सतनाम सिंह का, एक शांति स्वरूप बोध का, तो एक राम स्वरूप का। ये 6 साढ़े को थीसिस ने इतिहास के उपर जिहड़े बड़ी डूंगी जानकारी पाउंदे ने। काशी के राजे नूं शिकायत की गई है रविदास के खिलाफ। दोष की है? रविदास अवतार राम नूं नहीं मानता। रविदास मूर्ति पूजा का खंडन करता है, तो रविदास अपने आप को धार्मिक ते ज्ञानी अखाउंदा है। राजे के दरबार में शिकायत पहुंची। इतिहास में पढ़ के वेखो, कहते राजा बड़ा इंसाफ पसंद सी, भावें कि ब्राह्मण सी इंसाफ पसंद। जदों असीं ब्राह्मण शब्द की वरतों करते हैं तो किसी जात वास्ते नहीं है भी किसी हिंदू किसी को ब्राह्मण कह रहे हैं। जिहड़ा भी मनुख जात पात दे विच फसिया होया है, संसार नूं भिन्न भेद ते पुट्ठे सीधे पुजारीवाद के कर्मकांडां च उलझा के अपनी रोटी चला रहा, वो ब्राह्मण ही है। वो भावें सिखां च होवे ते चाहे मुसलमानां च होवे, वो ब्राह्मण ही है। जिहड़ा धर्म के नाम के उपर धंधा कर रहा ब्राह्मण है, तो जिहड़ा धंधे नूं धर्म बना रहा गुरु का सिख। फर्क इन्ना है। राजा चंगे सुभाਅ दा सी। राजे ने सम्मन किया, तलब किया, बुला लिया गया। ब्राह्मण भी बुलाए,
ਭਗਤ ਰਵਿਦਾਸ ਨੂੰ ਵੀ ਬੁਲਾਇਆ, ਨਾਲ ਹੀ ਇੱਕ ਸ਼ਰਤ ਰੱਖ ਦਿੱਤੀ, ਮੇਰੇ ਸਾਹਮਣੇ ਤੁਹਾਡੀ ਇਸ ਸ਼ਿਕਾਇਤ ਦਾ ਫੈਸਲਾ ਹੋਵੇਗਾ। ਜਿਹੜਾ ਵੀ ਇਸ ਸ਼ਿਕਾਇਤ ਦੇ ਵਿੱਚ ਆਪਣਾ ਪੱਖ ਸਹੀ ਸਾਬਤ ਕਰਕੇ ਜੇਤੂ ਰਿਹਾ, ਜਿਹੜੀ ਹਾਰੀ ਤੇ ਰਿਹਾ, ਉਹ ਉਸ ਨੂੰ ਪਾਲਕੀ 'ਚ ਬਿਠਾ ਕੇ ਆਪ ਮੋਢਾ ਦੇ ਕੇ ਉਸਦੇ ਘਰ ਛੱਡ ਕੇ ਆਵੇ। ਕੁਦਰਤਨ ਦੋਹੇ ਧਿਰਾਂ ਬੈਠੀਆਂ ਨੇ। ਰਾਜਾ ਰਵਿਦਾਸ ਨੂੰ ਪੁੱਛਦਾ, ਕੀ ਤੁਸੀਂ ਮੂਰਤੀ ਪੂਜਾ ਦਾ ਖੰਡਨ ਕਰਦੇ ਹੋ? ਕਹਿੰਦਾ ਹਾਂ ਬਿਲਕੁਲ ਕਰਦਾ। ਕਹਿੰਦਾ ਕਿਉਂ ਨਹੀਂ ਕਰਦੇ? ਕਹਿੰਦਾ ਕਿਉਂਕਿ ਇਹਦੇ ਵਿੱਚ ਕੋਈ ਅਜ਼ਮਤ ਨਹੀਂ ਹੈ। ਫਿਲਿਸਤੀਨ ਦੇ ਵਿੱਚ ਇੱਕ ਬਹੁਤ ਚੰਗੇ ਹਜ਼ਰਤ ਹੋਏ ਨੇ ਅਲੀਜ਼ਾ। ਉਹਨਾਂ ਦੇ ਸਮਿਆਂ ਦੇ ਵਿੱਚ ਵੀ ਇੱਕ ਕਬੀਲੇ ਦੇ ਲੋਕ ਮੂਰਤੀ ਪੂਜਾ ਕਰਿਆ ਕਰਦੇ ਸੀ। ਮੂਰਤੀ ਪੂਜਾ ਹੀ ਨਹੀਂ ਕਰਦੇ ਸੀ, ਬਲਕਿ ਉਹ ਆਪਣੀ ਮੂਰਤੀ ਦੇ ਸਾਹਮਣੇ ਪਸ਼ੂਆਂ ਦੀ ਤੇ ਮਨੁੱਖਾਂ ਦੀ ਬਲੀ ਵੀ ਦਿਆ ਕਰਦੇ ਸੀ। ਉਹਨਾਂ ਨੇ ਮੂਰਤੀ ਪੂਜਾ ਦਾ ਵਿਰੋਧ ਕੀਤਾ। ਰਾਜੇ ਨੇ ਉਹਨਾਂ ਨੂੰ ਵੀ ਬੁਲਾਇਆ। ਉਹਨਾਂ ਨੇ ਇੱਕੋ ਗੱਲ ਕਹੀ ਸੀ, ਮੈਂ ਅੱਜ ਤੋਂ ਬਾਅਦ ਮੂਰਤੀ ਪੂਜਾ ਦਾ ਔਰ ਬਲੀ ਦਾ ਖੰਡਨ ਨਹੀਂ ਕਰੂੰਗਾ। ਜੇ ਤੁਹਾਡੀ ਮੂਰਤੀ ਦੇ ਵਿੱਚ ਇੰਨੀ ਅਜ਼ਮਤ ਹੈ ਤੇ ਬਲੀ ਵਾਲਾ ਜਾਨਵਰ ਵੀ ਅੱਗੇ ਰੱਖ ਦਿੰਦੇ ਆ, ਅੱਗ ਵੀ ਰੱਖ ਦਿੰਦੇ ਆ, ਤੁਹਾਡੀ ਮੂਰਤੀ ਬਸ ਅੱਗ ਬਾਲ ਦੇਵੇ। ਮੈਂ ਹੋਰ ਕੁਝ ਨਹੀਂ ਕਹੂੰਗਾ। ਤੁਹਾਡੀ ਮੂਰਤੀ ਦੇ ਵਿੱਚ ਜੇ ਕੋਈ ਸ਼ਕਤੀ ਹੈ, ਕੋਈ ਅਜ਼ਮਤ ਹੈ, ਅੱਗ ਬਾਲ ਦੇਵੇ, ਮੈਂ ਕੁਝ ਨਹੀਂ ਕਹੂੰਗਾ। ਉਹੀ ਗੱਲ ਹੋਈ, ਮੂਰਤੀ ਅੱਗ ਕਿੱਥੋਂ ਬਾਲੇ? ਗੁਰਬਾਣੀ ਨੇ ਤੇ ਬੜਾ ਸਪਸ਼ਟ ਫੈਸਲਾ ਕਰ ਦਿੱਤਾ ਹੈ, ਪਖਾਣ ਗੜ ਕੇ ਮੂਰਤ ਕੀਨੀ ਕਬੀਰ ਸਾਹਿਬ, ਦੇ ਕੇ ਛਾਤੀ ਪਾਓ, ਜੇ ਇਹ ਮੂਰਤ ਸੱਚੀ ਹੈ ਤਾਂ ਗੜਨ ਹਾਰੇ ਖਾਓ। ਕਿਸੇ ਸੰਗ ਤਰਾਸ਼ ਨੂੰ, ਮੂਰਤੀਆਂ ਬਣਾਉਣ ਵਾਲੇ ਨੂੰ ਵੇਖੋ, ਉਹ ਆਪਣੇ ਪੈਰਾਂ ਦੇ ਵਿੱਚ ਪੱਥਰ ਦਾ ਟੁਕੜਾ ਰੱਖਦਾ ਹੈ ਤੇ ਛੈਣੀ ਤੇ ਹਥੌੜੀ ਦੇ ਨਾਲ ਮੂਰਤੀ ਬਣਾਉਂਦਾ ਹੈ। ਕਬੀਰ ਸਾਹਿਬ ਕਹਿੰਦੇ ਨੇ ਕਿ ਜੇ ਮੂਰਤੀ ਦੇ ਵਿੱਚ ਕੋਈ ਤਾਕਤ ਹੈ ਤਾਂ ਜਿਹੜਾ ਮਨੁੱਖ ਪੈਰਾਂ ਦੇ ਵਿੱਚ ਰਹਿ ਕੇ ਇਸ ਦਾ ਆਕਾਰ ਦੇ ਰਿਹਾ, ਜਿਹੜਾ ਇਸ ਤੇ ਹਥੌੜਾ ਚਲਾ ਰਿਹਾ, ਜਿਹੜਾ ਇਸ ਤੇ ਛੈਣੀ ਚਲਾ ਰਿਹਾ, ਉਹਦਾ ਨੁਕਸਾਨ ਕਿਉਂ ਨਹੀਂ ਕਰਦੀ? ਕਿਉਂਕਿ ਮਨੁੱਖ ਦੀ ਬਣਾਈ ਹੋਈ ਹੈ। ਔਰ ਅਜੀਬ ਗੱਲ ਹੈ ਕਿ ਮਨੁੱਖ ਦੀਆਂ ਬਣਾਈਆਂ ਮੂਰਤੀਆਂ ਦੇ ਅੱਗੇ ਬਹੁਤ ਲੋਕ ਝੁਕੇ। ਜਿਹੜੀ ਪਰਮਾਤਮਾ ਦੀ ਬਣਾਈ ਮੂਰਤੀ ਸੀ ਉਹ ਝੁਕ ਰਹੀ ਹੈ। ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ? ਪਰਮਾਤਮਾ ਦੀਆਂ ਬਣਾਈਆਂ ਮੂਰਤੀਆਂ ਮਨੁੱਖ ਦੀਆਂ ਬਣਾਈਆਂ ਮੂਰਤੀਆਂ ਦੇ ਅੱਗੇ ਝੁਕ ਰਹੀਆਂ। ਅਸੀਂ ਪਰਮਾਤਮਾ ਦੀਆਂ ਬਣਾਈਆਂ ਮੂਰਤੀਆਂ ਹਾਂ, ਅਸੀਂ ਝੁਕ ਰਹੇ ਹਾਂ ਮਨੁੱਖ ਦੀਆਂ ਬਣਾਈਆਂ ਮੂਰਤੀਆਂ ਦੇ ਅੱਗੇ। ਇਸ ਤੋਂ ਵੱਡੀ ਟ੍ਰੈਜਡੀ ਕੀ ਹੋ ਸਕਦੀ ਹੈ ਕਿ ਪਰਮਾਤਮਾ ਦੀ ਕਿਰਤ ਬੰਦੇ ਦੀ ਕਿਰਤ ਦੇ ਅੱਗੇ ਝੁਕ ਰਹੀ ਹੈ। ਇਸ ਤੋਂ ਵੱਡਾ ਸਾਡਾ ਮਾਨਸਿਕ ਤਵਾਜ਼ਨ ਨੀਵਾਂ ਹੋਰ ਕਿਤੇ ਨਹੀਂ ਹੋ ਸਕਦਾ। ਹੁਣ ਰਵਿਦਾਸ ਜੀ ਕਹਿੰਦੇ ਨੇ, ਹਾਂ ਬਿਲਕੁਲ ਮੈਂ ਨਹੀਂ ਸਵੀਕਾਰ ਕਰਦਾ ਕਿ ਮੂਰਤੀ ਦੇ ਵਿੱਚ ਕੋਈ ਅਜ਼ਮਤ ਹੈ। ਬ੍ਰਾਹਮਣ ਕਹਿ ਰਹੇ ਨੇ ਮੂਰਤੀ 'ਚ ਅਜ਼ਮਤ ਹੈ, ਤੇ ਰਵਿਦਾਸ ਜੀ ਕਹਿੰਦੇ ਨੇ ਮੂਰਤੀ ਮੇਰੀ ਗੋਦ 'ਚ ਦੇ ਦਿਓ। ਮੈਂ ਤੁਹਾਡੀ ਮੂਰਤੀ ਆਪਣੀ ਗੋਦ 'ਚ ਰੱਖ ਕੇ ਬੈਠਾ ਹਾਂ, ਮੈਂ ਮੂਰਤੀ ਨੂੰ ਨਹੀਂ ਮੰਨਦਾ, ਮੈਂ ਇੱਕ ਪੱਥਰ ਵਾਂਗੂ ਰੱਖ ਕੇ ਬੈਠਾ ਹਾਂ। ਤੁਸੀਂ ਆਵਾਜ਼ ਮਾਰੋ ਜੇ ਤੁਹਾਡੀ ਮੂਰਤੀ ਦੇ ਵਿੱਚ ਕੋਈ ਅਜ਼ਮਤ ਹੈ, ਤੁਹਾਡੀ ਗੋਦ 'ਚ ਜਾਣੀ ਚਾਹੀਦੀ ਹੈ। ਇਹ ਮੂਰਤੀ ਪੂਜਾ ਦੇ ਵਿਰੋਧੀ ਦੀ ਗੋਦ 'ਚ ਕਿਉਂ ਬੈਠੀ ਹੈ? ਬਾਅਦ ਦੇ ਵਿੱਚ ਬ੍ਰਾਹਮਣਾਂ ਨੇ ਰਵਿਦਾਸ ਨੂੰ ਮੂਰਤੀ ਪੂਜਕ ਸਿੱਧ ਕਰਨ ਦੇ ਵਾਸਤੇ ਇਹ ਕਹਿ ਦਿੱਤਾ ਕਿ ਜਦੋਂ ਰਵਿਦਾਸ ਨੇ ਆਵਾਜ਼ ਮਾਰੀ ਮੂਰਤੀ ਉਹਦੀ ਗੋਦੀ 'ਚ ਆ ਗਈ। ਬਿਲਕੁਲ ਨਹੀਂ ਹੈ। ਇਹ ਕੇਵਲ ਤੇ ਕੇਵਲ ਰਵਿਦਾਸ ਦੀ ਵਿਚਾਰਧਾਰਾ ਦਾ ਬ੍ਰਾਹਮਣੀਕਰਨ ਹੈ। ਭਗਤ ਰਵਿਦਾਸ ਬ੍ਰਾਹਮਣ ਨੂੰ ਕਹਿੰਦੇ ਨੇ ਤੁਹਾਡੀ ਮੂਰਤੀ ਮੇਰੀ ਗੋਦੀ 'ਚ ਹੈ, ਜੇ ਅਜ਼ਮਤ ਹੈ ਤੁਸੀਂ ਆਵਾਜ਼ ਮਾਰੋ ਉੱਠ ਕੇ ਚਲੀ ਜਾਵੇ। ਮੈਂ ਤਾਂ ਮੰਨਦਾ ਨਹੀਂ ਗਈ। ਬ੍ਰਾਹਮਣ ਹਾਰੇ। ਰਵਿਦਾਸ ਜੀ ਨੂੰ ਪਾਲਕੀ 'ਚ ਬਿਠਾ ਕੇ ਘਰ ਛੱਡਣ ਪੈਣਾ ਪਿਆ। ਜਿਹੜਾ ਤੁਸੀਂ ਸ਼ਬਦ ਸਰਵਣ ਕੀਤਾ ਭਾਈ ਸਾਹਿਬ ਉਹਨਾਂ ਦੇ ਪਾਸੋਂ, ਇਤਿਹਾਸਕ ਸਰੋਤ ਕਹਿੰਦੇ ਨੇ ਉਸ ਵੇਲੇ ਉਚਾਰਿਆ ਗਿਆ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ਼ ਗੁਸਈਆ ਮੇਰਾ ਮਾਥੇ ਛਿਤ ਤਰੇ।